इंडियन एडर ऑर्गेनाइजेशन ਵੱਲੋਂ डॉक्टर अमरीक सिंह ढिल्लों वाहिगुरू जी का खालसा वाहिगुरू जी की फतेह। ਅੱਜ ਦਾ ਵਿਸ਼ਾ ਅਵੇਅਰਨੈਸ ਜਾਣਕਾਰੀ ਜੋ ਮਨੁੱਖ ਦੇ ਜੀਵਨ ਵਿੱਚ ਬਹੁਤ ਮਹੱਤਤਾ ਰੱਖਦੀ ਹੈ। ਕਿਸ ਚੀਜ਼ ਦੀ ਜਾਣਕਾਰੀ? ਜਦੋਂ ਕਿ ਜਾਣਕਾਰੀ ਨਾਲ ਸੰਬੰਧਿਤ ਇੱਕ ਛੋਟਾ ਜਿਹਾ ਨੈੱਟ ਮੋਬਾਈਲ ਦੀ ਫਾਰਮ ਵਿੱਚ ਹਰ ਬੰਦੇ ਦੀ ਜੇਬ ਵਿੱਚ ਹੈ। ਜਿੱਦਾਂ ਜਿੱਦਾਂ ਉਸ ਤੋਂ ਜਾਣਕਾਰੀ ਮੰਗੋ ਉਹ ਗੂਗਲ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਅੱਗੇ ਰੱਖ ਦਿੰਦਾ ਹੈ। ਕੋਈ ਵੀ ਚੀਜ਼ ਅਜਿਹੀ ਨਹੀਂ ਜਿਹੜੀ ਉਸ ਵਿੱਚ ਨਾ ਲੱਭੀ ਜਾ ਸਕੇ। ਫਿਰ ਜਾਣਕਾਰੀ ਦਾ ਮਹੱਤਤਾ ਤੁਹਾਡੇ ਜੀਵਨ ਵਿੱਚ ਕੀ ਹੈ? ਸਾਰੀ ਜਾਣਕਾਰੀ ਤੁਹਾਡੀ ਜੇਬ ਵਿੱਚ ਪਈ ਹੈ। ਅਸਲ ਵਿੱਚ ਇਹ ਜਾਣਕਾਰੀ ਜੋ ਤੁਹਾਡੀ ਜੇਬ ਵਿੱਚ ਪਈ ਹੈ, ਕੋਈ ਸਮਾਂ ਅਜਿਹਾ ਵੀ ਆ ਸਕਦਾ ਹੈ ਜਦੋਂ ਮਨੁੱਖ ਟੋਟਲ ਮਸ਼ੀਨ ਦੇ ਉੱਪਰ ਨਿਰਭਰ ਹੋ ਜਾਵੇਗਾ। ਉਹਨੂੰ ਇਹ ਕਹਿਣਾ ਵੀ ਨਹੀਂ ਆਏਗਾ ਕਿ 9/9 81 ਹੁੰਦੇ ਹਨ। ਉਹ ਹਰ ਮਸ਼ੀਨ ਉਸ ਨੂੰ ਗਾਈਡ ਕਰੇਗੀ। ਮਸ਼ੀਨ ਉਸ ਨੂੰ ਆਪਣੇ ਟਰੈਪ ਵਿੱਚ ਲੈ ਕੇ ਸਾਰਾ ਜੀਵਨ ਇਸ ਤਰ੍ਹਾਂ ਢੰਗ ਨਾਲ ਬਦਲ ਜਾਵੇਗਾ ਕਿ ਮਨੁੱਖ ਦੇ ਕਈ ਤਰ੍ਹਾਂ ਦੇ ਮਾਇਨੇ ਜੀਵਨ ਦੇ ਬਦਲ ਜਾਣਗੇ। ਅਸਲ ਵਿੱਚ ਤੁਸੀਂ ਕੀ ਹੋ? ਕੁਦਰਤ ਕੀ ਹੈ? ਸਮਾਂ ਕੀ ਹੈ? ਤੁਸੀਂ ਇਸ ਕੁਦਰਤ ਨੇ ਤੁਹਾਨੂੰ ਬ੍ਰਹਿਮੰਡ ਵਿੱਚ ਪਲੈਨਟ ਧਰਤੀ ਦੇ ਉੱਪਰ ਪੈਦਾ ਕੀਤਾ ਹੈ, ਇੱਕ ਸਮਾਂ ਦਿੱਤਾ ਹੈ ਜੋ ਤੁਹਾਡਾ ਜੀਵਨ ਦਾ ਸਫ਼ਰ ਹੈ। ਇਹ ਜੀਵਨ ਦਾ ਸਫ਼ਰ ਕੁਛ ਅਜਿਹੀ ਢੰਗ ਨਾਲ ਨਾ ਬਤੀਤ ਹੋ ਜਾਵੇ ਕਿ ਸਫ਼ਰ ਮੁੱਕ ਜਾਵੇ ਅਤੇ ਤੁਹਾਨੂੰ ਇਹ ਪਤਾ ਲੱਗੇ ਕਿ ਸ਼ੁਰੂ ਕਦੋਂ ਹੋਇਆ ਸੀ ਅਤੇ ਖ਼ਤਮ ਕਦੋਂ ਹੋ ਗਿਆ। ਅਸਲੀਅਤ ਵਿੱਚ ਤੁਹਾਡਾ ਸੰਬੰਧ ਜਾਣਕਾਰੀ ਨਾਲ ਸੰਬੰਧਿਤ ਵਿਸ਼ਾ ਜੋ ਮੇਰਾ ਹੈ, ਉਹ ਜਾਣਕਾਰੀ ਕਿਸ ਚੀਜ਼ ਦੀਆਂ ਹੋਣੀਆਂ ਚਾਹੀਦੀਆਂ ਹਨ? ਜਾਣਕਾਰੀ ਇਹ ਹੋਣੀ ਚਾਹੀਦੀ ਹੈ ਕਿ ਤੁਸੀਂ ਕੁਦਰਤ ਨੂੰ ਕਿੱਦਾਂ ਜਾਣ ਸਕਦੇ ਹੋ, ਤੁਸੀਂ ਆਪਣੇ ਬਾਰੇ ਕੀ ਜਾਣਦੇ ਹੋ, ਤੁਸੀਂ ਸਮਾਜ ਬਾਰੇ ਕੀ ਜਾਣਦੇ ਹੋ, ਤੁਸੀਂ ਆਪਣੇ ਕੰਮਕਾਰ ਜਿਸ ਤੋਂ ਤੁਹਾਡਾ ਰੁਜ਼ਗਾਰ ਨਾਲ ਸੰਬੰਧਿਤ ਗ੍ਰਸਤੀ ਚੱਲਣੀ ਹੈ ਉਸ ਬਾਰੇ ਤੁਸੀਂ ਕੀ ਜਾਣਦੇ ਹੋ। ਸਭ ਤੋਂ ਸਮਾਂ ਕੀਮਤੀ ਸਮਾਂ ਜੋ ਇਸ ਦਾ ਮੇਨ ਫੈਕਟਰ ਹੈ ਜਾਣਕਾਰੀ ਦਾ, ਉਸ ਦੀ ਦੌੜ ਵਿੱਚ ਸਾਰੇ ਲੱਗੇ ਹਨ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਹੈ ਕਿ ਅਸੀਂ ਸਮੇਂ ਦੀ ਘੋੜੇ ਵਰਗੇ ਪੂਛ 'ਤੇ ਬੈਠੇ ਹਾਂ, ਜਿਸ ਦੀ ਅਸੀਂ ਸਵਾਰ ਹੋਣ ਦਾ ਜੋ ਸਾਡਾ ਵਿਸ਼ਾ ਹੈ, ਕਾਠੀ 'ਤੇ ਨਹੀਂ ਪੂਛ 'ਤੇ ਬੈਠਣ ਨਾਲ ਸਮਾਂ ਤਿਲਕਣ ਦੀ ਤਰ੍ਹਾਂ ਸਾਡੇ ਕੋਲ ਨਿਕਲ ਰਿਹਾ ਹੈ। ਭਾਵ ਜੀਵਨ ਤਿਲਕਣ ਦੀ ਤਰ੍ਹਾਂ ਅੱਗੇ ਵੱਧ ਰਿਹਾ ਹੈ, ਜਿਸ ਦਾ ਸਾਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ। ਅਜਿਹਾ ਕਿਉਂ ਹੋ ਰਿਹਾ ਹੈ? ਕਿਉਂਕਿ ਅਸੀਂ ਆਪਣੇ ਆਪ ਨੂੰ ਇੰਨੀਆਂ ਮਜਬੂਰੀਆਂ ਦੇ ਵਿੱਚ ਕੱਸ ਲਿਆ ਹੈ ਕਿ ਜੇ ਮਜਬੂਰੀਆਂ ਸਾਨੂੰ ਇਹ ਤੈਅ ਨਹੀਂ ਕਰਨ ਦਿੰਦੀਆਂ ਕਿ ਅਸੀਂ ਠਹਿਰਾਓ ਵਿੱਚ ਜੀਵਨ ਜੀ ਸਕੀਏ। ਹਰ ਚੀਜ਼ ਦੇ ਉੱਤੇ ਸਾਡਾ ਪ੍ਰਭਾਵ ਸਮੇਂ ਦੇ ਨਾਲ ਸਾਇੰਟੀਫਿਕ ਯੁੱਗ ਵਿੱਚ ਇੰਨਾ ਵੱਧ ਗਿਆ ਹੈ ਕਿ ਅਸੀਂ ਬਹੁਤ ਹੀ ਸਮੇਂ ਦੀ ਰਫ਼ਤਾਰ ਦੇ ਵਿੱਚ ਚੱਲਦਿਆਂ ਵੀ ਆਪਣੇ ਆਪ ਨੂੰ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਜਾਣਦੇ। ਸੋਚਦੇ ਹਾਂ ਕਿ ਅਜੇ ਵੀ ਅਸੀਂ ਹੋਰ ਅੱਗੇ ਵਧਣ ਲਈ ਤੇਜ਼ ਰਫ਼ਤਾਰ ਫੜੀਏ। ਅਸਲੀਅਤ ਵਿੱਚ ਇੱਦਾਂ ਨਹੀਂ ਹੈ। ਪੈਸੇ ਦੀ ਦੌੜ, ਸਮਾਂ, ਰੇਸਿੰਗ, ਬਾਈਂਡਿੰਗ, ਸਰਵਾਈਵਲ ਆਫ ਲਾਈਫ ਇਸ ਦੇ ਮੇਨ ਕਾਰਨ ਹਨ ਜੋ ਸਮੇਂ ਨੂੰ, ਕੰਮ ਨੂੰ, ਕੁਦਰਤ ਤੋਂ, ਅਸਲ ਸਮੇਂ ਨੂੰ ਮਹੱਤਤਾ ਜੀਵਨ ਵਿੱਚ ਤੁਹਾਡੀ ਕੀ ਹੈ ਉਸ ਤੋਂ ਵਾਂਝਾ ਕਰ ਰਹੇ ਹਨ। ਅਜਿਹਾ ਸਾਇੰਟੀਫਿਕ ਵਰਲਡ ਦੇ ਵਿੱਚ ਸਮੇਂ ਦੀ ਦੌੜ ਦੇ ਵਿੱਚ ਦੌੜਦਿਆਂ ਸਾਡੀ ਮਾਨਸਿਕ ਜੋ ਸ਼ਕਤੀ ਹੈ ਉਹ ਵੀ ਘਟ ਰਹੀ ਹੈ। ਡਿਸਟਰਬੈਂਸਿਸ ਲਾਈਫ ਦੀਆਂ ਵੱਧ ਰਹੀਆਂ ਹਨ। ਮਾਈਲਡ ਟੂ ਮੋਡਰੇਟ ਜੋ ਮੈਂਟਲ ਇਲਨੈਸਿਸ ਹਨ ਉਹ ਵੀ ਆ ਰਹੀਆਂ ਹਨ। ਕ੍ਰਾਈਮ ਵੱਧ ਰਿਹਾ ਹੈ। ਵੈਲਿਊਜ਼ ਜੋ ਲਾਈਫ ਦੀਆਂ ਹਨ ਉਹ ਵੀ ਵੱਧ ਰਹੀਆਂ ਹਨ। ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿੱਦਾਂ ਆਰਟੀਫਿਸ਼ੀਅਲ ਨਜ਼ਰ ਆ ਰਹੇ ਹੋਣ ਅਤੇ ਸੁਗੰਧਿਤ ਨਾ ਹੋਣ। ਸੋ ਅਜਿਹੇ ਸਮੇਂ ਦੀ ਜੋ ਸੁਗੰਧਿਤ ਨਹੀਂ ਹੈ ਦੀ ਮਹੱਤਤਾ ਜੀਵਨ ਨਹੀਂ ਹੈ। ਜੀਵਨ ਉਹ ਹੈ ਜੋ ਤੁਸੀਂ ਹਰ ਪਲ ਦਾ ਆਨੰਦ ਮਾਣਦੇ ਹੋ। ਕਿਸੇ ਵੀ ਆਊਟਰ ਇਨਫਲੂਐਂਸ ਦਾ ਤੁਹਾਡੇ 'ਤੇ ਅਸਰ ਨਹੀਂ ਹੋਣਾ ਚਾਹੀਦਾ। ਤੁਸੀਂ ਸਥਿਰ ਰੂਪ ਵਿੱਚ ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਸਿੱਖੋ। ਸਮੇਂ ਨੂੰ ਆਪਣਾ ਆਨੰਦ ਮਾਣਨਾ ਸਿੱਖੋ। ਪਰਮਾਤਮਾ ਨੇ ਤੁਹਾਨੂੰ ਪੈਦਾ ਕੀਤਾ ਹੈ। ਫਿਕਰ ਵਿੱਚ ਇੰਨਾ ਨਾ ਦੌੜੋ, ਇੰਨੀ ਲੰਬੀ ਸਾਇੰਟੀਫਿਕ ਰਫ਼ਤਾਰ ਵਿੱਚ ਨਾ ਦੌੜੋ। ਹੋ ਸਕਦਾ ਹੈ ਸਮਾਂ ਤੁਹਾਨੂੰ ਇਹ ਇਜਾਜ਼ਤ ਨਾ ਦੇਵੇ। ਮੈਂ ਇਹ ਗੱਲ ਬਿਲਕੁਲ ਯਕੀਨ ਨਾਲ ਕਹਿ ਸਕਦਾ ਹਾਂ ਕਿ ਸਾਇੰਸ ਇੱਕ ਆਪਣੀ ਜਗ੍ਹਾ ਹੈ, ਕੁਦਰਤ ਆਪਣੀ ਜਗ੍ਹਾ ਹੈ, ਸਮਾਂ ਆਪਣੀ ਜਗ੍ਹਾ ਹੈ ਅਤੇ ਤੁਸੀਂ ਆਪਣੀ ਜਗ੍ਹਾ ਹੋ। ਕੁਦਰਤ ਨੇ ਸਮੇਂ ਨੂੰ ਤੁਹਾਨੂੰ ਦਿੱਤਾ ਹੈ। ਸਮਾਂ ਤੁਹਾਡਾ ਕੀਮਤੀ ਹੈ ਜੋ ਸਿਰਫ ਤੁਹਾਡਾ ਹੈ ਅਤੇ ਤੁਹਾਡਾ ਖਤਮ ਹੋ ਰਿਹਾ ਹੈ। ਕੁਦਰਤ ਦਾ ਸਮਾਂ ਨਹੀਂ ਹੈ ਜੋ ਕੁਦਰਤ ਨੂੰ ਇਸ ਦਾ ਫਰਕ ਪਾਵੇਗਾ। ਸਮੇਂ ਨੂੰ ਆਨੰਦ ਮਾਣਨਾ ਹੀ ਤੁਹਾਡਾ ਜੀਵਨ ਦਾ ਮਨੋਰਥ ਹੈ।
ਰੇਸਿੰਗ ਵਰਲਡ ਦੇ ਵਿੱਚ ਸਮੇਂ ਨੂੰ ਫੜ ਕੇ ਰੱਖਣਾ, ਇਸ ਦਾ ਆਰਟ ਸਿੱਖਣਾ ਹੀ ਇੱਕ ਜੀਵਨ ਦੀ ਸਹੀ ਮਾਇਨਿਆਂ ਵਿੱਚ ਚੱਲਣ ਵਾਲੀ ਤੁਹਾਡੀ ਵਿਉਂਤ ਹੈ। ਇਸ ਤੋਂ ਭੱਜ ਰਹੇ ਸਮੇਂ ਤੋਂ ਬਾਹਰ ਆਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਅਸੀਂ ਨੇਚਰ ਦਾ ਤੁਹਾਡੇ ਉਸ ਜੀਵਨ ਦੇ ਵਿੱਚ ਕੀ ਰੋਲ ਹੈ, ਇਸ ਦੀ ਕਲੈਰਿਟੀ ਹੋਣੀ ਜ਼ਰੂਰੀ ਹੈ। ਸਾਇੰਸ ਦੀ ਤੁਹਾਡੀ ਬਾਡੀ ਤੇ ਬ੍ਰੇਨ ਦੇ ਉੱਤੇ ਕੀ ਇੰਪੈਕਟ ਹੈ, ਸਾਈਕੋਲੋਜੀ ਉੱਤੇ ਕੀ ਇੰਪੈਕਟ ਹੈ, ਇਸ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ। ਤੁਸੀਂ ਆਪਣੀਆਂ ਸੀਮਾਵਾਂ, ਟੈਰੀਟਰੀ ਤੈਅ ਕਰੋ ਕਿ ਤੁਹਾਡੀ ਟੈਰੀਟਰੀ ਕੀ ਹੈ। ਤੁਹਾਡੀ ਟੈਰੀਟਰੀ ਤੁਹਾਡੇ ਘਰ ਦੀ ਬਾਉਂਡਰੀ ਹੈ, ਘਰ ਦੇ ਜੀ ਹਨ, ਸਮਾਜ ਹੈ, ਜਿੱਥੋਂ ਤੱਕ ਤੁਹਾਡਾ ਸੰਪਰਕ ਹੈ ਤੇ ਤੁਹਾਡਾ ਕੰਮ ਨਾਲ ਜੁੜਿਆ ਹੈ। ਜੇ ਉਸ ਤੋਂ ਪਰੇ ਦੀ ਟੈਰੀਟਰੀ ਦਾ ਤੁਸੀਂ ਆਪਣੇ ਆਪ ਨੂੰ ਉਲਝਾਓਗੇ, ਤੁਸੀਂ ਉਹਨਾਂ ਵਿਸ਼ਿਆਂ ਬਾਰੇ ਜਾਣੋਗੇ ਜੋ ਤੁਹਾਡੇ ਸਾਇੰਸ ਨੇ ਤੁਹਾਡੇ ਮੋਬਾਈਲ ਨੈੱਟ ਦੇ ਉੱਤੇ ਦੇ ਦਿੱਤੇ ਹਨ। ਤੇ ਕੀ ਤੁਸੀਂ ਸਾਰੀਆਂ ਹੀ ਵਿਸ਼ਿਆਂ ਨੂੰ ਜੀਵਨ ਵਿੱਚ ਉਹਨਾਂ ਦੇ ਪ੍ਰਤੀ ਸਾਰੀਆਂ ਜਾਣਕਾਰੀਆਂ ਕੀ ਤੁਹਾਡੀਆਂ ਜ਼ਰੂਰੀ ਹਨ? ਨਹੀਂ, ਤੁਹਾਡੇ ਵਾਸਤੇ ਸਿਰਫ ਜ਼ਰੂਰੀ ਹੈ ਆਪਣੇ ਆਪ ਨੂੰ ਇੱਕ ਸੀਮਾ ਟੈਰੀਟਰੀ ਤੈਅ ਕਰਨੀ ਤੇ ਉਸ ਵਿੱਚ ਵਿਚਰਨਾ, ਉਸ ਵਿੱਚ ਰਹਿਣਾ, ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ। ਉਸ ਤੋਂ ਅੱਗੇ, ਉਸ ਤੋਂ ਅਗਲੀ ਬਾਉਂਡਰੀਜ਼ ਦੇ ਉੱਤੇ ਜੋ ਕੁਝ ਵੀ ਹੋ ਰਿਹਾ ਹੈ, ਹੜ੍ਹ ਆ ਰਹੇ ਹਨ, ਤਬਾਹੀ ਹੋ ਰਹੀ ਹੈ, ਬੰਬ ਚੱਲ ਰਹੇ ਹਨ, ਤੁਹਾਡਾ ਕੀ ਲੈਣਾ ਦੇਣਾ ਹੈ? ਤੁਸੀਂ ਇਹ ਤੈਅ ਕਰੋ ਕਿ ਤੁਹਾਡੀ ਸੀਮਾਵਾਂ ਕੀ ਹੈ, ਤੁਹਾਡੀ ਜਾਣਕਾਰੀ ਦੀ ਲਿਮਿਟ ਕੀ ਹੈ। ਤੁਹਾਡੀ ਜਾਣਕਾਰੀ ਦੀ ਲਿਮਿਟ ਉਹ ਹੋਣੀ ਚਾਹੀਦੀ ਹੈ ਜੋ ਤੁਹਾਨੂੰ ਸ਼ਾਂਤੀ ਤੇ ਸੁੱਖ ਦੇਵੇ। ਤੁਹਾਡੀ ਜਾਣਕਾਰੀ ਦੀ ਲਿਮਿਟ ਉਹ ਨਹੀਂ ਹੋਣੀ ਚਾਹੀਦੀ ਜੋ ਤੁਹਾਨੂੰ ਭੜਕਾਓ ਸੋਚਾਂ ਅਤੇ ਜੋ ਇੰਪੈਕਟ ਆਫ ਦਾ ਸ਼ਾਈਨਿੰਗ ਵਰਡ ਹੈ, ਸ਼ਾਈਨਿੰਗ ਵਰਡ, ਆਲ ਦੈਟ ਗਲਿਟਰਸ ਇਜ਼ ਨਾਟ ਗੋਲਡ। ਸੋ ਉਹ ਪਿੰਡ ਰਾਹ ਨਹੀਂ ਪੁੱਛਣਾ ਚਾਹੀਦਾ ਜਿਹੜੇ ਪਿੰਡ ਨਾ ਜਾਣਾ ਹੋਵੇ। ਸੋ ਆਪਣੀ ਸਮਝ ਨੂੰ ਆਪਣੇ ਚੰਗੇਪਨ ਲਈ, ਆਪਣੀ ਖੁਸ਼ਹਾਲੀ ਲਈ, ਤੰਦਰੁਸਤ ਰਹਿਣ ਲਈ, ਆਪਣੇ ਖੁਰਾਕ ਲਈ, ਆਪਣੇ ਪਰਿਵਾਰਾਂ ਦੇ ਸੁੱਖ ਲਈ, ਸ਼ਾਂਤੀ ਲਈ ਹੀ ਬਤੀਤ ਕਰਨਾ ਚਾਹੀਦਾ ਹੈ। ਜਾਗਣਾ ਚਾਹੀਦਾ ਹੈ, ਜੀਵਨ ਦੇ ਸਫ਼ਰ ਨੂੰ ਆਨੰਦ ਮਾਣਨਾ ਚਾਹੀਦਾ ਹੈ, ਇਸ ਨੂੰ ਬੈਲੈਂਸ ਕਰਨਾ ਆਉਣਾ ਚਾਹੀਦਾ ਹੈ, ਗੁੱਡ ਅਤੇ ਬੈਡ ਦੇ ਇੰਟਰਪ੍ਰੈਟ ਕਰਨਾ ਆਉਣਾ ਚਾਹੀਦਾ ਹੈ, ਸਟਰੋਂਗ ਰਿਲੇਸ਼ਨਸ਼ਿਪ, ਕਮਿਟਮੈਂਟ ਅਤੇ ਕੌਨਫੀਡੈਂਸ ਆਉਣਾ ਚਾਹੀਦਾ ਹੈ। ਆਪਣੇ ਘਰ ਤੋਂ ਬਾਹਰ ਬਹੁਤ ਭਟਕਣਾ ਵਿੱਚ ਨਾ ਪੈ ਕੇ ਸਿਰਫ ਸਮੇਂ ਨੂੰ ਥੋੜ੍ਹਾ ਠਹਿਰਾਓ ਵਿੱਚ ਲਿਆ ਕੇ ਹੀ ਜੀਵਨ ਦਾ ਅਸਲੀ ਆਨੰਦ ਮਾਣ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।